ਪ੍ਰੋਫੈਸਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਲਿਖਿਆ ਸੀਗਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਹੈ। ਉਹਦੀ ਰਿਪੋਰਟ ਜਨਤਕ ਹੋ ਚੁੱਕੀ ਹੈ। ਹਵਾਰਾ ਕਮੇਟੀ ਉਸ ਰਿਪੋਰਟ ਨੂੰ ਕਿੱਦਾਂ ਦੇਖਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਗੱਲ ਨੂੰ ਇਸ ਨਜ਼ਰੀਏ ਨਾਲ ਪੇਸ਼ ਕਰਨਾ ਚਾਹਾਂਗਾ ਕਿ ਇਸ ਨੂੰ ਪੰਥਕ ਨਜ਼ਰੀਏ ਤੋਂ ਕਿਵੇਂ ਵੇਖਿਆ ਜਾਵੇ, ਨਾ ਕਿ ਕੇਵਲ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਨਜ਼ਰੀਏ ਤੋਂ। ਪੰਥਕ ਨਜ਼ਰੀਏ ਤੋਂ ਜਿਸ ਵੇਲੇ ਇਸ ਦੀ ਪੜਚੋਲ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਪੈਦਾ ਉੱਠਦਾ ਹੈ ਕਿ ਇਹ ਜਾਂਚ ਕਮਿਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਉਂ ਬਣਾਇਆ ਗਿਆ, ਕੀ ਲੋੜ ਕੀ ਪਈ ਸੀਗੀ ਅਤੇ ਕਿਹਨਾਂ ਮੁੱਦਿਆਂ ਨੂੰ ਲੈ ਕਰਕੇ, ਕਿਸ ਆਬਜੈਕਟਿਵ ਨੂੰ ਲੈ ਕਰਕੇ ਇਹ ਜਾਂਚ ਕਮਿਸ਼ਨ 328 ਸਰੂਪਾਂ ਦੇ ਬਾਰੇ ਬਣਾਇਆ ਗਿਆ ਸੀਗਾ। ਉਹਦੇ ਵਿੱਚ ਜੇਕਰ ਮੈਂ ਯਾਦ ਕਰਾਵਾਂ ਸਰੋਤਿਆਂ ਨੂੰ ਤਾਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਇੱਕ ਚਿੱਠੀ ਜਿਹੜੀ ਸੀਗੀ ਮੁੱਖ ਸਕੱਤਰ ਨੂੰ ਵੀ ਭੇਜੀ ਗਈ ਸੀਗੀ ਔਰ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਭੇਜੀ ਗਈ। ਉਹਦੇ ਵਿੱਚ ਉਹਨਾਂ ਨੇ ਇਹ ਦੋਸ਼ ਲਗਾਏ ਸੀਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਨੇ, ਅਤੇ ਨਾਲ ਦੇ ਨਾਲ ਦੂਜੀ ਗੱਲ ਕੀਤੀ ਸੀਗੀ ਕਿ ਮਈ 2016 ਦੇ ਵਿੱਚ ਜਿਹੜਾ ਅਗਨੀਕਾਂਡ ਹੋਇਆ ਸੀਗਾ, ਜਿਹਦੇ ਵਿੱਚ ਕਿ 80 ਦੇ ਕਰੀਬ ਸਰੂਪ ਜਿਹੜੇ ਸੀਗੇ ਨੁਕਸਾਨੇ ਗਏ ਸੀਗੇ, ਇਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾਵੇ। ਹੋਰ ਉਹਨਾਂ ਨੇ ਆਪਣਾ ਪੂਰਾ ਇਹਦੇ ਬਾਰੇ ਖਦਸ਼ਾ ਵੀ ਜ਼ਾਹਿਰ ਕੀਤਾ ਸੀਗਾ ਕਿ ਭਈ ਜਿਹੜੇ 80 ਸਰੂਪ ਅਗਨ ਭੇਟ ਹੋ ਗਏ ਨੇ, ਇਸ ਤੱਥ ਜਿਹੜੇ ਨੇ ਇਹ ਸੰਗਤਾਂ ਦੇ ਕੋਲੋਂ, ਪੰਥ ਦੇ ਕੋਲੋਂ ਇਹ ਲੁਕਾ ਕੇ ਰੱਖੇ ਗਏ ਨੇ। ਔਰ ਉਹਦੇ ਬਾਅਦ ਇਹ ਮਸਲਾ ਭਖਣਾ ਸ਼ੁਰੂ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਸਫਲ ਕੋਸ਼ਿਸ਼ ਕੀਤੀ ਇਸ ਦੀ ਇਨਕੁਆਇਰੀ ਕਰਾਉਣ ਦੀ। ਹੋਰ ਜਿਸ ਵੇਲੇ ਇਹ ਚੀਜ਼ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਭਰੋਸੇਯੋਗਤਾ ਕਾਫੀ ਹੱਦ ਤੱਕ ਸੰਗਤਾਂ ਵਿੱਚ ਗਵਾ ਚੁੱਕੀ ਹੈ, ਤਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ 12 ਜੁਲਾਈ ਨੂੰ ਇਹ ਕੇਸ ਜਿਹੜਾ ਸੀਗਾ 12 ਜੁਲਾਈ ਨੂੰ ਇਹ ਕੇਸ ਰੈਫਰ ਕੀਤਾ ਗਿਆ। ਹੋਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਜਿਹੜੀ ਸੀਗੀ ਉਹ ਬਿਠਾਈ ਗਈ। ਉਸ ਸੰਖੇਪ ਦੇ ਵਿੱਚ ਉਹਦੇ ਜਿਹੜੇ ਸੀਗੇ ਕਰਤਾ ਧਰਤਾ ਡਾਕਟਰ ਈਸ਼ਰ ਸਿੰਘ ਸੀਗੇ, ਉਹਨਾਂ ਦੇ ਨਾਲ 2 ਹੋਰ, ਇੱਕ ਚਾਰਟਰਡ ਅਕਾਊਂਟੈਂਟ ਅਤੇ ਇੱਕ ਹੋਰ ਐਕਸਪਰਟ ਨਾਲ ਲਗਾਈ ਗਈ, ਅਤੇ ਇਹ ਜਿਹੜੀ ਸੀ ਰਿਪੋਰਟ 1 ਮਹੀਨੇ ਦੇ ਵਿੱਚ ਪੇਸ਼ ਕਰਨੀ ਸੀ ਉਹਨਾਂ ਨੇ ਬਣਾ ਕਰਕੇ। ਇਸ ਦੇ ਦੌਰਾਨ ਕੀ ਹੋਇਆ, ਜਿਸ ਵੇਲੇ ਰਿਪੋਰਟ ਸਬਮਿਟ ਹੋਈ ਆ ਕਰਕੇ, ਤਾਂ ਸਾਰੀ ਸੰਗਤ ਵੱਲੋਂ ਇਹ ਮੰਗ ਕੀਤੀ ਗਈ ਕਿ ਇਹ ਰਿਪੋਰਟ ਜਨਤਕ ਕੀਤੀ ਜਾਵੇ। ਹੋਰ ਰਿਪੋਰਟ ਇਮੀਡੀਏਟਲੀ ਜਨਤਕ ਨਹੀਂ ਕੀਤੀ ਗਈ। ਤਕਰੀਬਨ ਜਿਹੜਾ ਸੀਗਾ ਬਾਰ ਕਹਿਣ ਦੇ ਬਾਅਦ ਲੋਕਾਂ ਦੇ ਇਹਦੇ ਸਿਰਫ 10 ਪੇਜ ਜਿਹੜੇ ਸੀਗੇ ਉਹ ਜਨਤਕ ਕੀਤੇ ਗਏ। ਉਹਦੇ ਵਿੱਚ ਸੀਗਾ ਕਿ ਵੀ ਇਹ ਦੋਸ਼ੀ ਨੇ ਅਤੇ ਇਹ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੋਰ ਉਹ ਕਾਰਵਾਈ ਜਿਹੜੀ ਸੀਗੀ ਉਹਨਾਂ ਨੇ ਕਿਹਾ ਕਿ ਇਹਦੇ ਡਿਪਾਰਟਮੈਂਟਲ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਫੌਜਦਾਰੀ ਕਾਰਵਾਈ ਵੀ ਕੀਤੀ ਜਾਏਗੀ। 1 ਹਫ਼ਤੇ ਦੇ ਅੰਦਰ ਇਹ ਫੈਸਲਾ ਫਿਰ ਚੇਂਜ ਕਰ ਲਿਆ ਗਿਆ। ਕੁੱਲ ਮਿਲਾ ਕਰਕੇ ਮੈਂ ਇਸ ਰਿਪੋਰਟ ਨੂੰ ਕਾਫੀ ਘੋਖਿਆ ਹੈ। ਉਹ ਦੇਖਿਆ ਹੈ ਕਿ ਇਹ ਰਿਪੋਰਟ ਜਿਸ ਮਕਸਦ ਦੇ ਨਾਲ ਬਣਾਈ ਗਈ ਸੀ, ਜਾਂਚ ਕਮੇਟੀ ਬਣਾਈ ਗਈ ਸੀਗੀ, ਇਹ ਜਾਂਚ ਕਮੇਟੀ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਵਿੱਚ ਫੇਲ ਰਹੀ ਹੈ। ਹੋਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ 288 ਨੰਬਰ ਪੇਜ ਦੇ ਉੱਤੇ ਡਾਕਟਰ ਈਸ਼ਰ ਸਿੰਘ ਨੇ ਇਸ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਪਾਵਨ ਸਰੂਪ ਕਿੱਥੇ ਗਏ। ਭਾਵ ਕਹਿਣ ਦਾ ਜਿਹੜਾ ਕਿ ਜਵਾਬ ਇਹਨਾਂ ਨੇ ਸੰਗਤਾਂ ਨੂੰ ਦੇਣਾ ਸੀਗਾ ਇਨਕੁਆਇਰੀ ਕਰਕੇ ਕਿ 328 ਸਰੂਪ ਕਿੱਥੇ ਨੇ ਅਤੇ 80 ਜਿਹੜੇ ਨੁਕਸਾਨੇ ਗਏ ਸੀਗੇ ਉਹਦਾ ਤੱਥ ਜਿਹੜੇ ਪੇਸ਼ ਕਰਨੇ ਸੀਗੇ, ਇਹ ਖੁਦ 288 ਪੇਜ ਦੇ ਉੱਤੇ ਕਹਿ ਰਹੇ ਨੇ ਕਿ ਪਾਵਨ ਸਰੂਪ ਕਿੱਥੇ ਗਏ। ਭਾਵ ਕਹਿਣ ਦਾ ਇਹਨਾਂ ਨੇ ਉਸ ਸਿਰਲੇਖ ਦੇ ਹੇਠ ਇਹ ਚੀਜ਼ ਖੁਦ ਐਡਮਿਟ ਕੀਤੀ ਹੈ ਕਿ 328 ਸਰੂਪਾਂ ਦੇ ਬਾਰੇ ਇਹ ਕਿਹਦੇ ਕਹਿਣ 'ਤੇ, ਕਿਸ ਨੂੰ ਦਿੱਤੇ ਗਏ, ਕਦੋਂ ਦਿੱਤੇ ਗਏ, ਕਿਹੜਾ ਉਹਨਾਂ ਦਾ ਸੀਰੀਅਲ ਨੰਬਰ ਸੀਗਾ, ਵਗੈਰਾ ਇੱਕ ਜਾਂਚ ਰਿਪੋਰਟ ਜਿਹੜੀ ਹੈ ਇਹ ਦੱਸਣ ਦੇ ਵਿੱਚ ਇਹ ਅਸਫਲ ਰਹੀ ਹੈ।
ਬਿਲਕੁਲ। ਹੋਰ ਇੱਥੇ ਤੱਕ ਉਹ 'ਚ ਲਿਖਿਆ 288 ਪੇਜ ਦੇ ਉੱਤੇ ਡਾਕਟਰ ਈਸ਼ਰ ਸਿੰਘ ਦੀ ਟੀਮ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਪ੍ਰਚਾਰਕਾਂ ਦੇ ਰਾਹੀਂ, ਆਪਣੀ ਟੀਮ ਦੇ ਰਾਹੀਂ ਸੰਗਤਾਂ ਦੇ ਕੋਲੋਂ ਤੇ ਗੁਰਦੁਆਰਿਆਂ ਦੇ ਵਿੱਚ ਥਾਂ ਥਾਂ 'ਤੇ ਪਿੰਡਾਂ ਦੇ ਵਿੱਚ ਆਪਣੀ ਟੀਮ ਭੇਜ ਕੇ ਪਤਾ ਕਰਵਾਓ ਕਿ ਕਿਹੜੇ ਕਿਹੜੇ ਗੁਰਦੁਆਰੇ ਸਾਹਿਬਾਨ ਦੇ ਵਿੱਚ ਤੇ ਕਿਹੜੇ ਕਿਹੜੇ ਘਰਾਂ ਦੇ ਵਿੱਚ ਡੋਰ ਟੂ ਡੋਰ ਜਿਹੜਾ ਹੈ ਪਤਾ ਕੀਤਾ ਜਾਵੇ ਕਿ ਭਈ ਇਹ ਸਰੂਪ ਕਿੱਥੇ ਗਏ ਨੇ। ਬੜੀ ਹੈਰਾਨਗੀ ਦੀ ਗੱਲ ਹੈ, ਜਿਸ ਕਾਰਜ ਵਾਸਤੇ ਇਹ ਕਮੇਟੀ ਬਣਾਈ ਗਈ ਸੀਗੀ ਉਹ ਚੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਰਟ ਦੇ ਵਿੱਚ ਬਾਲ ਦੁਬਾਰਾ ਫਿਰ ਸੁੱਟਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਇਸੇ ਵਾਸਤੇ ਅਕਾਲ ਤਖਤ ਨੂੰ ਕਹਿ ਕਰਕੇ ਕਮੇਟੀ ਬਣਵਾਈ, ਉਹ ਕਮੇਟੀ ਉਹੋ ਹੀ ਬਾਲ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਕੋਰਟ ਵਿੱਚ ਸੁੱਟ ਰਹੀ ਹੈ। ਤੁਸੀਂ ਇਸ ਰਿਪੋਰਟ ਨੂੰ ਪ੍ਰਵਾਨ ਕਰਦੇ ਹੋ ਕਿ ਰਿਜੈਕਟ ਕਰਦੇ ਹੋ? ਦੇਖੋ ਜੀ, ਇਹ ਰਿਪੋਰਟ ਇੱਕ ਟੇਲਰ ਮੇਡ ਰਿਪੋਰਟ ਹੈ। ਟੇਲਰ ਮੇਡ ਰਿਪੋਰਟ ਦਾ ਮਤਲਬ ਹੈਗਾ ਹੈ ਕਿ ਇਹ ਘੜ ਕੇ ਮਿੱਥ ਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਔਰ ਇਸ ਰਿਪੋਰਟ ਦਾ ਮਤਲਬ ਸਿਰਫ ਇੱਕੋ ਹੀ ਹੈ ਕਿ ਸਿਆਸੀ ਆਕਾਵਾਂ ਨੂੰ ਕਿਵੇਂ ਬਚਾਇਆ ਜਾਵੇ। ਔਰ ਹੈਰਾਨਗੀ ਦੀ ਗੱਲ ਹੈ ਕਿ ਇਸ ਜਾਂਚ ਕਮਿਸ਼ਨ ਨੇ, ਪੜਤਾਲੀਆ ਕਮਿਸ਼ਨ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲਾਂ ਨੂੰ ਇਸ ਤਫਤੀਸ਼ ਦੇ ਵਿੱਚ ਕਿਤੇ ਸ਼ਾਮਿਲ ਨਹੀਂ ਕੀਤਾ ਗਿਆ, ਜਦ ਕਿ ਹਰ ਬੱਚੇ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਗੈਰ ਨਹੀਂ ਹਿਲ ਸਕਦਾ। ਨਿੱਕਾ ਜਿਹਾ ਵੀ ਕੋਈ ਕੰਮ ਹੋਏ ਨਾ ਤਾਂ ਉਹਦੇ ਵਾਸਤੇ ਪ੍ਰਧਾਨ ਦੇ ਕੋਲੋਂ ਤੇ ਬਾਦਲਾਂ ਦੇ ਕੋਲੋਂ ਪਿੱਛੋਂ ਪਰਮਿਸ਼ਨ ਲੈਣੀ ਪੈਂਦੀ ਹੈ। ਉਹ ਜਿਸ ਵੇਲੇ ਬਾਦਲਾਂ ਕੋਲ ਪਰਮਿਸ਼ਨ ਆ ਗਈ ਉਹਦੇ ਬਾਅਦ ਫਿਰ ਪ੍ਰਧਾਨ ਵੀ ਨਹੀਂ ਬੋਲ ਸਕਦਾ। ਇਹ ਸਾਰੇ ਉਹਨਾਂ ਦੀ ਜੇਬ 'ਚੋਂ ਨਿਕਲੇ ਹੋਏ ਨੇ। ਸੋ ਐਸੇ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਜਾਂਚਕਰਤਾ ਨੂੰ, ਇਸ ਟੀਮ ਨੂੰ, ਪੜਤਾਲੀਆ ਕਮਿਸ਼ਨ ਨੂੰ ਘੱਟੋ ਘੱਟ ਬਾਦਲਾਂ ਨੂੰ ਅਤੇ ਲੌਂਗੋਵਾਲ ਨੂੰ ਇਸ ਤਫਤੀਸ਼ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਸੀਗਾ, ਜਿਹਦੇ ਨਾਲ ਪਤਾ ਲੱਗ ਸਕਦਾ ਕਿ ਵੀ ਕਿਤਨਾ ਪੋਲੀਟੀਕਲ ਇਨਫਲੂਐਂਸ ਜਿਹੜਾ ਹੈ ਇਹਨਾਂ ਸਾਰੇ ਮਾਮਲੇ ਵਿੱਚ ਹੋਇਆ। ਔਰ ਹੈਰਾਨਗੀ ਦੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੇ 328 ਸਰੂਪਾਂ ਦੀ ਜਾਂਚ ਚੱਲ ਰਹੀ ਸੀਗੀ ਤਾਂ ਉਸ ਵੇਲੇ ਕਈ ਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਸ ਕਮਰੇ ਵਿੱਚ ਆਉਂਦੇ ਨੇ ਜਿਸ ਕਮਰੇ ਦੇ ਵਿੱਚ ਤਫਤੀਸ਼ ਚੱਲ ਰਹੀ ਹੈ। ਹੋਰ ਉਹ ਜਾਂਚਕਰਤਾ ਜਿਹੜੇ ਨੇ, ਉਹ ਟੀਮ ਦੇ ਮੈਂਬਰ ਜਿਹੜੇ ਨੇ, ਉਸ ਵੇਲੇ ਆਬਜੈਕਸ਼ਨ ਵੀ ਨਹੀਂ ਕਰਦੇ ਕਿ ਭਾਈ ਲੌਂਗੋਵਾਲ ਜੀ ਤੁਹਾਡਾ ਇਸ ਕਮਰੇ ਦੇ ਵਿੱਚ ਆਉਣ ਦਾ ਕੋਈ ਮਤਲਬ ਨਹੀਂ। ਹੋਰ ਇਹਦੇ ਇਲਾਵਾ ਜਿਸ ਵੇਲੇ ਕੁਛ ਲੋਕ ਆਪਣੇ ਬਿਆਨ ਦਿੰਦੇ ਨੇ, ਉਸ ਵੇਲੇ ਜਿਹੜੇ ਇਸ ਵੇਲੇ ਮੁੱਖ ਸਕੱਤਰ ਨੇ ਆਲੀ ਸਾਹਿਬ, ਉਹ ਵੀ ਆ ਕਰਕੇ ਉੱਥੇ ਬਹਿ ਜਾਂਦੇ ਨੇ। ਜਿਸ ਵੇਲੇ ਕੰਵਲਜੀਤ ਦੇ ਬਿਆਨ ਲਿੱਤੇ ਗਏ ਨੇ, ਹੋਰਾਂ ਦੇ ਬਿਆਨ ਲਿੱਤੇ ਗਏ ਨੇ, ਉਸ ਵੇਲੇ ਭਾਈ ਲੌਂਗੋਵਾਲ ਦਾ ਜਿਹੜਾ ਪੀ ਹੈ ਆਲੀ, ਉਹ ਵੀ ਉੱਥੇ ਬੈਠਾ ਹੋਇਆ। ਸੋ ਕਹਿਣ ਦਾ ਮਤਲਬ ਹੈ ਜਿਸ ਵੇਲੇ ਬਿਆਨ ਲਿੱਤੇ ਜਾਣ ਕਿਸੇ ਸੀਨੀਅਰ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ ਇਹਦੇ ਨਾਲ ਜਾਂਚ ਪ੍ਰਭਾਵਿਤ ਹੁੰਦੀ ਹੈ ਔਰ ਆਪਣੀ ਮਰਜ਼ੀ ਦੇ ਨਾਲ ਉਹ ਬਿਆਨ ਜਿਹੜੇ ਨੇ ਲਿਖਵਾਏ ਜਾਂਦੇ ਨੇ। ਹੋਰ ਇੱਥੇ ਤਾਂ ਮੈਂ ਇਹ ਵੀ ਕਹਾਂਗਾ ਕਿ ਜਿਹੜਾ ਚਾਰਟਰਡ ਅਕਾਊਂਟੈਂਟ ਜਿਹਨੂੰ ਕਿ 2010 ਦੇ ਵਿੱਚ ਮੇਰੇ ਖਿਆਲ ਮੁਤਾਬਕ ਅਪਾਇੰਟ ਕੀਤਾ ਗਿਆ ਸੀਗਾ, ਉਸ ਚਾਰਟਰਡ ਅਕਾਊਂਟੈਂਟ ਨੂੰ 1 ਕਰੋੜ ਰੁਪਈਆ ਸਾਲ ਦਾ ਦਿੱਤਾ ਜਾਂਦਾ ਹੈ। ਹੋਰ ਜਿਹੜੇ ਚਾਰਟਰਡ ਅਕਾਊਂਟੈਂਟ ਦੇ ਬਿਆਨ ਨੇ ਉਹ ਮੈਂ ਸਾਰੇ ਪੜ੍ਹੇ ਨੇ। ਉਹਨਾਂ ਬਿਆਨਾਂ ਤੋਂ ਬੜਾ ਸਪਸ਼ਟ ਹੈ ਕਿ ਚਾਰਟਰਡ ਅਕਾਊਂਟੈਂਟ ਨੇ ਆਪਣੀ ਡਿਊਟੀ ਜਿਹੜੀ ਹੈ ਉਹ ਇਮਾਨਦਾਰੀ ਨਾਲ, ਵਫਾਦਾਰੀ ਦੇ ਨਾਲ, ਜੋ ਉਹਦਾ ਪ੍ਰੋਫੈਸ਼ਨ ਉਹਨੂੰ ਕਹਿੰਦਾ ਹੈ ਉਸ ਮੁਤਾਬਕ ਉਹਨੇ ਆਪਣੀ ਡਿਊਟੀ ਨਹੀਂ ਨਿਭਾਈ। ਇਹ ਲਾਪਤਾ ਸਰੂਪ ਜਿਹੜੇ ਨੇ ਇਹ ਅਗਸਤ 2015 ਤੋਂ ਚਲੇ ਆ ਰਹੇ ਨੇ। 2015 ਤੋਂ ਚਲੇ ਆ ਰਹੇ ਇਹ ਸਰੂਪ ਜਿਹੜੇ ਲਾਪਤਾ ਨੇ, ਹੈਰਾਨਗੀ ਦੀ ਗੱਲ ਹੈ ਕਿ 5 ਸਾਲ ਬੀਤਣ ਦੇ ਬਾਅਦ ਵੀ ਨਾ ਤਾਂ ਕਿਸੇ ਅੰਤਰੰਗ ਕਮੇਟੀ ਨੇ ਅਤੇ ਨਾ ਹੀ ਕਿਸੇ ਪ੍ਰਧਾਨ ਨੇ ਇਹਦੇ ਬਾਰੇ ਕੋਈ ਤਵੱਜੋ ਦਿੱਤੀ। ਇਹ ਤਾਂ ਜਿਸ ਵੇਲੇ ਕੰਵਲਜੀਤ ਸਿੰਘ ਦੀ ਰਿਟਾਇਰਮੈਂਟ ਸੀਗੀ ਉਸ ਵੇਲੇ ਇਹ ਚਾਰਜ ਦੇਣਾ ਸੀਗਾ ਤੇ ਕਿਸੇ ਨੇ ਲੈਣਾ ਸੀਗਾ। ਉਸ ਵੇਲੇ ਇਹ ਤੱਥ ਸਾਹਮਣੇ ਆਏ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨੇ ਸਰੂਪ ਜਿਹੜੇ ਨੇ ਉਹ ਮਿਸਿੰਗ ਹੈਗੇ ਨੇ। ਹੋਰ ਅਗਰ ਉਹਦੀ ਰਿਟਾਇਰਮੈਂਟ ਨਾ ਹੁੰਦੀ, 19 ਸਾਲ ਤੋਂ ਇੱਕ ਬੰਦਾ ਇੱਕ ਪੋਸਟ 'ਤੇ ਬੈਠਾ ਹੈ ਔਰ ਉਸ ਵਿਅਕਤੀ ਦੇ ਖਿਲਾਫ ਸ਼ਿਕਾਇਤਾਂ ਵੀ ਆਈਆਂ ਨੇ, ਲੇਕਿਨ ਉਸ ਵਿਅਕਤੀ ਨੂੰ ਨਹੀਂ ਹਿਲਾਇਆ ਜਾਂਦਾ। ਜਾਂਚ ਰਿਪੋਰਟ ਦੇ ਵਿੱਚ ਇਸ ਗੱਲ ਦੀ ਤਫਤੀਸ਼ ਨਹੀਂ ਹੋਈ ਕਿ ਇਹ ਵਿਅਕਤੀ 19 ਸਾਲ ਕਿਹੜੇ ਪੋਲੀਟੀਕਲ ਰੀਜ਼ਨਸ ਕਰਕੇ, ਕਿਹੜਾ ਆਕਾਵਾਂ ਕਰਕੇ ਇੱਕ ਪੋਸਟ ਦੇ ਉੱਤੇ ਬੈਠਾ ਰਿਹਾ। ਇਸ ਬਾਰੇ ਜਾਂਚ ਰਿਪੋਰਟ ਟੋਟਲੀ ਸਾਇਲੈਂਟ ਹੈਗੀ ਹੈ। ਸੋ ਕੁੱਲ ਮਿਲਾ ਕਰਕੇ ਅਗਰ ਦੇਖਿਆ ਜਾਵੇ ਤਾਂ ਇਹ ਜਾਂਚ ਰਿਪੋਰਟ ਦੇ ਵਿੱਚ 55 ਦੇ ਕਰੀਬ
ਜਿਹੜੇ ਨੇ ਬਿਆਨਕਰਤਾਵਾਂ ਦੇ ਬਿਆਨ ਨੇ। ਹੋਰ ਜਿਸ ਵੇਲੇ ਉਹਨਾਂ ਦੇ ਬਿਆਨਾਂ ਦੀ ਘੋਖ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਜਿਹੜਾ ਬਿਆਨ ਦੇ ਰਿਹਾ ਤੇ ਉਹ ਆਪਣੇ ਸੀਨੀਅਰ ਦੇ ਉੱਤੇ ਗੱਲ ਸੁੱਟਦਾ ਪਿਆ ਕਿ ਜੀ ਇਹਦਾ ਜਵਾਬ ਉਹਨਾਂ ਕੋਲ ਹੋਏਗਾ। ਜਦ ਉਸਦੇ ਕੋਲ ਬਿਆਨ ਲਿੱਤੇ ਜਾਂਦੇ ਨੇ ਉਹ ਅਗਲੇ 'ਤੇ ਬਿਆਨ ਸੁੱਟਦਾ ਹੈ। ਇਸ ਤਰੀਕੇ ਦੇ ਨਾਲ ਇੱਕ ਜੂਨੀਅਰ ਸੀਨੀਅਰ ਤੇ ਸੀਨੀਅਰ ਆਪਣੇ ਤੋਂ ਵੱਡੇ ਸੀਨੀਅਰ 'ਤੇ ਗੱਲ ਸੁੱਟ ਦਿੰਦਾ ਕਿ ਜੀ ਸਾਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਹੋਏਗਾ। ਜੇਕਰ ਇਹ ਪੁੱਛਿਆ ਜਾਂਦਾ ਹੈ ਕਿ ਬਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਏ ਸੀਗੇ ਤਾਂ ਇਹ ਪਛਤਾਤਾਪ ਕਿਉਂ ਨਹੀਂ ਕੀਤਾ ਗਿਆ, ਤਾਂ ਡਾਕਟਰ ਰੂਪ ਸਿੰਘ ਕਹਿੰਦੇ ਨੇ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਇਹ ਤਾਂ ਕੰਮ ਮੁੱਖ ਸਕੱਤਰ ਦਾ ਸੀਗਾ। ਭਾਵ ਕਹਿਣ ਦਾ ਹੈ ਕਿ ਇੱਕ ਵਿਅਕਤੀ ਨੇ ਆਪਣੀ ਜ਼ਿੰਮੇਵਾਰੀ ਨੂੰ ਦੂਜੇ ਵਿਅਕਤੀ 'ਤੇ ਸੁੱਟਿਆ। ਹੋਰ ਇਹ ਸਾਰਾ ਕੁਝ ਇੱਦਾਂ ਲੱਗਦਾ ਹੈ ਕਿ ਕੁਝ ਵਿਅਕਤੀਆਂ ਦੇ ਬਿਆਨ ਜਿਹੜੇ ਨੇ ਉਹ ਬਿਲਕੁਲ ਟੇਲਰਡ ਮੇਡ ਨੇ। ਇਹ ਬਕਾਇਦਾ ਇੱਕ ਥਾਂ 'ਤੇ ਬੈਠ ਕੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਹੈ ਕਿ ਤੁਸੀਂ ਇਸ ਪ੍ਰਕਾਰ ਦੇ ਜਿਹੜੇ ਬਿਆਨ ਦੇਣੇ ਨੇ ਜਿਹਦੇ ਨਾਲ ਕਿ ਜਿਹੜੇ ਵੱਡੇ ਬੰਦੇ ਨੇ, ਵੱਡੇ ਮਗਰਮੱਛ ਨੇ, ਸਿਆਸੀ ਮਗਰਮੱਛ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਚਾਇਆ ਜਾ ਸਕੇ। ਹੋਰ ਮੈਨੂੰ ਇਹ ਵੀ ਗੱਲ ਕਹਿੰਦੇ ਹੈਰਾਨਗੀ ਹੋ ਰਹੀ ਹੈ ਕਿ ਉਸ ਵੇਲੇ ਜਥੇਦਾਰ ਜਿਹੜੇ ਸੀਗੇ ਗਿਆਨੀ ਗੁਰਬਚਨ ਸਿੰਘ ਸੀਗੇ। ਗਿਆਨੀ ਗੁਰਬਚਨ ਸਿੰਘ ਦੇ ਬਿਆਨ ਮੈਂ ਪੜ੍ਹੇ ਨੇ, ਉਹਦੇ ਵਿੱਚ ਉਹ ਲਿਖਦੇ ਨੇ, ਕਹਿੰਦੇ ਨੇ ਕਿ ਮੈਨੂੰ ਘਟਨਾ ਦੇ ਬਾਅਦ 15-20 ਦਿਨਾਂ ਦੇ ਬਾਅਦ ਮੈਨੂੰ ਪਤਾ ਲੱਗਿਆ ਕਿ ਅਗਨੀਕਾਂਡ ਹੋਇਆ ਹੈ। ਹੋਰ ਉਸ ਅਗਨੀਕਾਂਡ ਦੀ ਥਾਂ ਦੇ ਉੱਤੇ ਉਹ ਵਿਜ਼ਿਟ ਕਰਦੇ ਨੇ 15-20 ਦਿਨਾਂ ਦੇ ਬਾਅਦ। ਬਸ ਇਸ ਤੋਂ ਵੱਧ ਉਹਨਾਂ ਦਾ ਕੋਈ ਬਿਆਨ ਨਹੀਂ। ਭਾਵ ਕਹਿਣ ਦਾ ਕਿ ਉੱਥੇ ਵਿਜ਼ਿਟ ਕਰਨ ਦੇ ਨਾਲ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਦੀ ਡਿਊਟੀ ਖਤਮ ਹੋ ਗਈ। ਉਹਨਾਂ ਨੂੰ ਚਾਹੀਦਾ ਸੀਗਾ ਕਿ ਉਸ ਵੇਲੇ ਨੋਟਿਸ ਲੈਂਦੇ ਕਿ ਵੀ ਇਹ ਸਰੂਪ ਜਿਹੜੇ ਅਗਨੀਕਾਂਡ ਕਿਉਂ ਹੋਇਆ, ਕੀ ਕਾਰਨ ਹੈ। ਮੈਂ ਕਈ ਵਾਰ ਦੇਖਿਆ, ਸਾਰੀ ਸੰਗਤਾਂ ਜਾਣਦੀਆਂ ਇਸ ਗੱਲ ਦੀਆਂ ਕਿ ਜਿੱਥੇ ਕਿਧਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੁਕਸਾਨੇ ਜਾਂਦੇ ਨੇ, ਇਹ ਕਿਹਾ ਜਾਂਦਾ ਹੈ ਕਿ ਜੀ ਸ਼ਾਰਟ ਸਰਕਟ ਹੋ ਗਿਆ। ਸ਼ਾਰਟ ਸਰਕਟ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਜੀ ਇਹ ਅੱਗ ਲੱਗ ਗਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਸਰੂਪ ਸਾੜੇ ਗਏ। ਕਦੀ ਸੁਣਿਆ ਕਿ ਫਲਾਣੇ ਗੁਰਦੁਆਰੇ ਦੇ ਮੈਨੇਜਰ ਦੇ ਘਰ ਜਾਂ ਕਿਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਸ਼ਾਰਟ ਸਰਕਟ ਹੋਇਆ ਹੋਏ ਅਤੇ ਉਹਨਾਂ ਦਾ ਬੈਡਰੂਮ ਅਤੇ ਉਹਨਾਂ ਦਾ ਘਰ ਸੜ ਗਿਆ ਹੋਏ? ਨਹੀਂ ਹੁੰਦਾ। ਇਹ ਸਾਰਾ ਕੁਝ ਜਿਹੜਾ ਹੈ ਇਹ ਸ਼ਾਰਟ ਸਰਕਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਹੀ ਸ਼ਾਰਟ ਸਰਕਟ ਦੀ ਕਹਾਣੀ ਸੁਣ ਕੇ ਸੰਗਤਾਂ ਦੇ ਕੰਨ ਜਿਹੜੇ ਨੇ ਪੱਕ ਗਏ ਨੇ। ਸਾਜ਼ਿਸ਼ ਹੁੰਦੀ ਹੈ। ਉਸ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਥਾਂ ਦੇ ਉੱਤੇ, ਉਹਦੀ ਇਨਕੁਆਇਰੀ ਕਰਨ ਦੀ ਥਾਂ ਦੇ ਉੱਤੇ ਅਸੀਂ ਇੱਕ ਗੱਲ ਕਹਿ ਕੇ ਮਸਲੇ ਨੂੰ ਠੰਡਾ ਬਸਤੇ 'ਚ ਪਾ ਦਿੰਦੇ ਹਾਂ ਕਿ ਬਈ ਇਹ ਨਾ ਕਿਧਰੇ ਸ਼ਾਰਟ ਸਰਕਟ ਹੋ ਗਿਆ ਸੀਗਾ। ਹੋਰ ਮਈ 2016 ਦੇ ਵਿੱਚ ਵੀ ਜਿਹੜਾ ਇਸ ਜੋ ਕੁਝ ਵੀ ਹੋਇਆ ਉਹ ਸਾਰਿਆਂ ਦੇ ਬਿਆਨ ਮੈਂ ਪੜ੍ਹੇ ਨੇ। ਹਰੇਕ ਨੇ ਇਹੋ ਕਿਹਾ ਕਿ ਜੀ ਏਸੀ ਦਾ ਸ਼ਾਰਟ ਸਰਕਟ ਹੋ ਗਿਆ, ਏਸੀ ਸੜ ਗਿਆ, ਪਟਾਕਾ ਪਿਆ ਸੀਗਾ, ਅੱਗ ਲੱਗ ਗਈ, ਇਸ ਕਰਕੇ ਇਹ ਅਸੀਂ ਸਰੂਪ ਜਿਹੜੇ ਸੀਗੇ ਉਹ ਸੜ ਗਏ, ਉਹ ਨੁਕਸਾਨੇ ਗਏ। ਮੇਰਾ ਇੱਕ ਸਵਾਲ ਹੈ, ਆਖਰਕਾਰ ਉਹ 328 ਸਰੂਪ ਗਏ ਕਿੱਥੇ? ਇਹ 328 ਸਰੂਪ ਸਾਰੀ ਰਿਪੋਰਟ ਪੜ੍ਹਨ ਦੇ ਬਾਅਦ ਇਹਦਾ ਜਵਾਬ ਬਿਲਕੁਲ ਨਹੀਂ ਮਿਲਦਾ। ਪਹਿਲੀ ਗੱਲ, 328 ਸਰੂਪ ਜਿਹੜੇ ਨੇ ਸਾਨੂੰ ਪੂਰਾ ਭਰੋਸਾ ਹੈ ਇਸ ਗੱਲ ਦਾ ਕਿ ਇਹ 328 ਸਰੂਪ ਇਹ ਸਿਆਸੀ ਬੰਦਿਆਂ ਵੱਲੋਂ ਉਹਨਾਂ ਥਾਵਾਂ 'ਤੇ ਪਹੁੰਚਾਏ ਗਏ ਨੇ ਜਿਨ੍ਹਾਂ ਦੇ ਕੋਲ ਕਿਧਰੇ ਵੋਟ ਬੈਂਕ ਵੀ ਹੈਗਾ, ਜਿਹੜੇ ਇਹਨਾਂ ਦੇ ਸਿਆਸੀ ਆਕਾ ਨੇ ਅੱਗੇ, ਉੱਥੇ ਇਹ ਸਰੂਪ ਪਹੁੰਚਾਏ ਗਏ ਨੇ। ਅੱਜ ਦੀ ਡੇਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਨਹੀਂ ਪਤਾ, ਇਹਨਾਂ ਕਿਉਂਕਿ ਸਰੂਪਾਂ ਦੀ ਨੰਬਰਿੰਗ ਹੁੰਦੀ ਹੈ, ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਨੰਬਰਿੰਗ ਵਾਲੇ ਸਰੂਪ ਜਿਹੜੇ ਨੇ ਉਹ ਮਿਸਿੰਗ ਨੇ। ਭਾਵ ਕਹਿਣ ਦਾ ਸਿਰਫ ਇੰਨਾ ਜ਼ਰੂਰ ਇਹਨਾਂ ਲਿਖਿਆ ਡਾਕਟਰ ਈਸ਼ਰ ਸਿੰਘ ਨੇ ਕਿ ਇਹਨਾਂ ਦੇ ਵਿੱਚੋਂ 93 ਸਰੂਪ ਜਿਹੜੇ ਨੇ ਉਹ ਵੱਡੇ ਆਕਾਰ ਵਾਲੇ ਨੇ, 232 ਸਰੂਪ ਜਿਹੜੇ ਨੇ ਉਹ ਦਰਮਿਆਨੇ ਆਕਾਰ ਦੇ ਨੇ ਅਤੇ 3 ਸਰੂਪ ਜਿਹੜੇ ਨੇ ਉਹ ਲੜੀਵਾਰ ਸਰੂਪ ਨੇ ਜਿਹੜੇ ਮਿਸਿੰਗ ਨੇ। ਕੁੱਲ ਮਿਲਾ ਕੇ 328। ਅਤੇ ਉਹਨਾਂ ਦੀ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ 41 ਸਰੂਪ ਦਾ ਵਾਧਾ ਵੀ ਦਿਖਾਇਆ ਗਿਆ, 41 ਸਰੂਪਾਂ ਦਾ ਵਾਧਾ ਵੀ ਵਿਖਾਇਆ ਗਿਆ ਹੈ। ਹੋਰ ਇੱਥੇ ਤੱਕ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਨੇ ਉਹ ਰੁਮਾਲਿਆਂ ਦੇ ਵਿੱਚ ਬੰਨ੍ਹ ਕੇ ਉੱਥੇ ਪਏ ਹੋਏ ਨੇ ਪਬਲੀਕੇਸ਼ਨ ਵਿਭਾਗ ਦੇ ਵਿੱਚ, ਜਿਨ੍ਹਾਂ ਦੀ ਕਿ ਰੱਜ ਕੇ ਬੇਅਦਬੀ ਹੁੰਦੀ ਹੈ। ਅਤੇ ਇਹਦੇ ਇਲਾਵਾ ਬਹੁਤ ਸਾਰੇ ਅੰਗ ਜਿਹੜੇ ਨੇ, ਵਾਧੂ ਅੰਗ, ਇਹ ਜਿਹੜੇ ਬਾਈਂਡਰਸ ਨੇ ਇਹਨਾਂ ਕੋਲ ਪਏ ਹੁੰਦੇ ਨੇ। ਸੋ ਸਿਸਟਮ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿੱਥੇ ਤੱਕ ਕਿਹਾ ਜਾਏ ਸਤਿਕਾਰ ਵਜੋਂ,
ਉੱਥੇ ਵੀ ਸ਼੍ਰੋਮਣੀ ਕਮੇਟੀ ਟੋਟਲੀ ਫੇਲ ਹੈ। ਰਿਕਾਰਡ ਰੱਖਣ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਲ ਹੈ ਅਤੇ ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੇ ਬਿਲਕੁਲ ਇਹ ਹਰਟ ਕੀਤੀਆਂ ਨੇ, ਸਾਨੂੰ ਦੁੱਖ ਪਹੁੰਚਾਇਆ ਹੈ। ਉਹ 2010 ਦੇ ਵਿੱਚ ਜਿਸ ਵੇਲੇ ਇਹਨਾਂ ਕੋਲ ਮਤਾ ਪਾਸ ਕਰਕੇ ਇਹ ਮਸਲਾ ਇਹ ਆਇਆ ਸੀਗਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਰੂਪਾਂ ਨੂੰ ਛਾਪੇਗੀ, ਉਸ ਵੇਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀਗਾ ਕਿ ਜਿਹੜੇ ਪ੍ਰਾਈਵੇਟ ਪ੍ਰਿੰਟਰਸ ਨੇ ਉਹਨਾਂ ਦੇ ਕੋਲੋਂ ਇਹ ਖਤਮ ਕਰਕੇ ਇੱਕ ਜ਼ਿੰਮੇਵਾਰ ਸੰਸਥਾ ਦੇ ਕੋਲ ਇਹ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਇਹ ਕਹਿਣ ਦੇ ਵਿੱਚ ਬਿਲਕੁਲ ਸੰਕੋਚ ਨਹੀਂ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ ਦੇ ਵਿੱਚ, ਇਹਨਾਂ ਦੀ ਛਪਾਈ ਦੇ ਵਿੱਚ, ਇਹਨਾਂ ਨੂੰ ਅੱਗੇ ਸੰਗਤਾਂ ਤੱਕ ਜਾਂ ਗੁਰਦੁਆਰਿਆਂ ਤੱਕ ਪਹੁੰਚਾਉਣ ਦੇ ਵਿੱਚ ਟੋਟਲੀ ਫੇਲ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਪਿੱਛੇ ਬੈਠੇ ਉਹਨਾਂ ਦੇ ਆਕਾਵਾਂ ਜਿਹਨਾਂ ਦੀ ਜੇਬ 'ਚੋਂ ਪ੍ਰਧਾਨ ਤੇ ਜਥੇਦਾਰ ਨਿਕਲਦੇ ਨੇ, ਇਹ ਸਾਰਾ ਕੁਝ ਜਿਹੜਾ ਹੈਗਾ ਹੈ ਇਹਦੇ ਵਿੱਚ ਇਹਨਾਂ ਨੇ ਕੌਮ ਨਾਲ ਵਿਸ਼ਵਾਸਘਾਤ ਕੀਤਾ ਹੈ। ਸਾਨੂੰ ਉਮੀਦ ਸੀਗੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਇਹਦੇ ਵਿੱਚ ਕੋਈ ਇਨਸਾਫ ਦੇਣਗੇ, ਲੇਕਿਨ ਸਾਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਸਾਰੇ ਮਸਲੇ ਨੂੰ ਰਫਾ ਦਫਾ ਕਰਨ ਦੇ ਵਿੱਚ ਇੱਕ ਢਾਲ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ, ਜੋ ਕਿ ਬਹੁਤ ਹੀ ਕੌਮ ਦੇ ਵਾਸਤੇ ਇੱਕ ਫਿਕਰਮੰਦ ਅਤੇ ਚਿੰਤਾ ਦਾ ਵਿਸ਼ਾ ਹੈਗਾ।